ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੰਸਦ ਪ੍ਰਧਾਨ ਮੰਤਰੀ ਦੇ ਅਧੂਰੇ ਜਵਾਬ। ਦੋਸਤੋ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਬਜਟ ਸੈਸ਼ਨ ਚੱਲ ਰਿਹਾ, ਬਜਟ ਪੇਸ਼ ਹੋਇਆ। ਬਜਟ ਤੋਂ ਬਾਅਦ ਰਾਸ਼ਟਰਪਤੀ ਦਾ ਭਾਸ਼ਣ ਹੋਇਆ ਤੇ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਧੰਨਵਾਦ ਜਿਹੜਾ ਹੈਗਾ ਸਾਰਿਆਂ ਦਾ ਕੀਤਾ ਗਿਆ ਤੇ ਉੱਥੇ ਉਹਨਾਂ ਨੇ ਭਾਸ਼ਣ ਦਿੱਤਾ ਗਿਆ। ਭਾਸ਼ਣ ਦੇ ਵਿੱਚ ਗੱਲ ਕਰੀਏ ਤਾਂ ਇਹ ਪ੍ਰਧਾਨ ਮੰਤਰੀ ਦਾ ਭਾਸ਼ਣ ਬਹੁਤ ਜ਼ਰੂਰੀ ਹੁੰਦਾ, ਜਿਸ 'ਚ ਉਹਨਾਂ ਨੇ ਜਿਹੜਾ ਹੈਗਾ ਵੱਖ-ਵੱਖ ਮੁੱਦੇ ਜਿਹੜੇ ਕਿ ਸੈਸ਼ਨ ਦੇ ਵਿੱਚ ਚੁੱਕੇ ਗਏ ਹੁੰਦੇ ਨੇ, ਉਹਨਾਂ ਦਾ ਜਵਾਬ ਦੇਣਾ ਹੁੰਦਾ, ਉਹਨਾਂ ਬਾਰੇ ਗੱਲ ਸਪਸ਼ਟ ਕਰਨੀ ਹੁੰਦੀ ਹੈ। ਪਰ ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ, ਤਾਂ ਪ੍ਰਧਾਨ ਮੰਤਰੀ ਦਾ ਭਾਸ਼ਣ ਵੀ ਸਾਰਾ ਜਿਹੜਾ ਹੈਗਾ ਰਾਸ਼ਟਰਪਤੀ ਦਾ ਭਾਸ਼ਣ ਹੀ ਲਗਭਗ ਦੁਹਰਾਇਆ ਹੋਇਆ ਲੱਗਦਾ ਹੈ, ਕਿਉਂਕਿ ਜਿਹੜਾ ਰਾਸ਼ਟਰਪਤੀ ਨੇ ਭਾਸ਼ਣ ਦਿੱਤਾ ਸੀਗਾ ਉਹ ਭਾਸ਼ਣ ਸਰਕਾਰ ਦੀਆਂ ਪਾਲਿਸੀਆਂ, ਸਰਕਾਰ ਦੇ ਫੈਸਲੇ, ਸਰਕਾਰ ਦੇ ਕੰਮ ਹੀ ਹੁੰਦੇ ਨੇ, ਜੋ ਕਿ ਰਾਸ਼ਟਰਪਤੀ ਵੱਲੋਂ ਉੱਥੇ ਸਾਰਿਆਂ ਨੂੰ ਪੜ੍ਹ ਕੇ ਜਿਹੜਾ ਹੈਗਾ ਭਾਸ਼ਣ ਦੇ ਰੂਪ 'ਚ ਸੁਣਾਏ ਜਾਂਦੇ ਨੇ ਤੇ ਉਹ ਸਾਰੀ ਸਟੇਟਮੈਂਟ ਸਰਕਾਰ ਵੱਲੋਂ ਹੀ ਬਣ ਕੇ ਆਉਂਦੀ ਹੈ, ਜਿਸ ਨੂੰ ਕਿ ਰਾਸ਼ਟਰਪਤੀ ਵੱਲੋਂ ਉੱਥੇ ਸੁਣਾਇਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ। ਤੇ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਪ੍ਰਧਾਨ ਮੰਤਰੀ ਦੀ ਸਪੀਚ ਵੀ, ਪ੍ਰਧਾਨ ਮੰਤਰੀ ਦਾ ਭਾਸ਼ਣ ਵੀ ਜਾਂ ਪ੍ਰਧਾਨ ਮੰਤਰੀ ਦੇ ਜਵਾਬ ਵੀ ਕੋਈ ਰਾਸ਼ਟਰਪਤੀ ਦੇ ਭਾਸ਼ਣ ਤੋਂ ਕੋਈ ਵੱਖਰੇ ਦਿਖਾਈ ਨਹੀਂ ਦਿੱਤੇ, ਕੋਈ ਵੱਖਰੇ ਸੁਣਾਈ ਨਹੀਂ ਦਿੱਤੇ, ਕਿਉਂਕਿ ਪ੍ਰਧਾਨ ਮੰਤਰੀ ਨੇ ਵੀ ਲਗਭਗ ਜੇ ਕਹੀਏ ਤਾਂ ਰਾਸ਼ਟਰਪਤੀ ਨੂੰ ਹੀ ਹਰ ਗੱਲ ਦੇ ਵਿੱਚ ਕੋਟ ਕਰਦੇ ਹੋਏ, ਰਾਸ਼ਟਰਪਤੀ ਦਾ ਹੀ ਨਾਮ ਲੈਂਦੇ ਹੋਏ ਰਾਸ਼ਟਰਪਤੀ ਦੇ ਭਾਸ਼ਣ ਨੂੰ ਹੀ ਦੁਹਰਾਇਆ ਤੇ ਰਾਸ਼ਟਰਪਤੀ ਵੱਲੋਂ ਜੋ ਜੋ ਸਰਕਾਰ ਦੇ ਕੰਮਾਂ ਨੂੰ ਗਿਣਵਾਇਆ ਗਿਆ ਸੀ ਉਹਨਾਂ ਨੂੰ ਹੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਜੇ ਗੱਲ ਕਰੀਏ ਤਾਂ ਇਸ ਸੈਸ਼ਨ ਦੌਰਾਨ ਵਿਰੋਧੀ ਧਿਰ ਵੱਲੋਂ ਵੱਡੀ ਗਿਣਤੀ 'ਚ ਸਵਾਲ ਚੁੱਕੇ ਗਏ, ਜਿਸ 'ਚ ਉਹਨਾਂ ਨੇ ਚਾਹੇ ਗੱਲ ਕਰੀਏ ਦੇਸ਼ 'ਚ ਵੱਧ ਰਹੀ ਬੇਰੁਜ਼ਗਾਰੀ ਦੀ ਹੋਵੇ, ਵੱਧ ਰਹੀ ਮਹਿੰਗਾਈ ਦੀ ਹੋਵੇ, ਵਿਕਾਸ ਦੀ ਹੋਵੇ, ਜਾਂ ਜੇ ਕਹਿ ਦਈਏ ਤਾਂ ਅੱਜ ਦੇ ਸਮੇਂ ਜੋ ਮੌਜੂਦਾ ਮੁੱਖ ਮੁੱਦਾ ਬਣਿਆ ਹੋਇਆ ਅਡਾਨੀ ਦੇ ਮਾਮਲੇ ਦੀ ਹੋਵੇ, ਵੀ ਕਿ ਅਡਾਨੀ ਕਰਕੇ ਦੇਸ਼ ਦੀ ਆਰਥਿਕਤਾ ਨੂੰ ਜਿਹੜਾ ਇੱਕ ਵੱਡੀ ਢਾਹ ਲੱਗ ਰਹੀ ਹੈ। ਇਹਨਾਂ ਮੁੱਦਿਆਂ ਨੂੰ ਜਿਹੜਾ ਹੈਗਾ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ, ਉੱਥੇ ਹੰਗਾਮਾ ਵੀ ਬਹੁਤ ਹੁੰਦਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਹੈਗਾ ਇਹਨਾਂ ਸਾਰੇ ਮੁੱਦਿਆਂ ਦਾ ਜਵਾਬ ਦੇਣ ਦੀ ਥਾਂ 'ਤੇ ਆਪਣੇ ਭਾਸ਼ਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਤੇ ਉਹਨਾਂ ਨੇ ਭਾਸ਼ਣ 'ਚ ਇੱਕ ਗੱਲ ਜਿਹੜੀ ਹੈਗੀ ਸਪਸ਼ਟ ਤੌਰ 'ਤੇ ਕਹੀ ਹੈ ਵੀ ਕਿ ਦੇਸ਼ ਦਾ ਵਿਕਾਸ ਜਿਹੜਾ ਉਹ 2014 ਤੋਂ ਬਾਅਦ ਜਿਹੜਾ ਹੈਗਾ ਵੱਡੇ ਪੱਧਰ 'ਤੇ ਹੋਇਆ। ਉਸ ਤੋਂ ਪਹਿਲਾਂ ਦੇਸ਼ ਕੋਈ ਇੰਨਾ ਵਿਕਾਸਸ਼ੀਲ ਨਹੀਂ ਸੀਗਾ, ਕੋਈ ਵਿਕਾਸ ਨਹੀਂ ਹੋਇਆ ਸੀ। ਉਹਨਾਂ ਕਿਹਾ ਵੀ ਕਿ 2014 ਤੋਂ ਲੈ ਕੇ 2023 ਸ਼ੁਰੂ ਹੋ ਚੁੱਕਾ, ਇਹਨਾਂ 8 ਸਾਲਾਂ ਦੇ ਵਿੱਚ ਜਿਹੜਾ ਇਹ ਭਾਜਪਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਵੱਡੇ ਪੱਧਰ 'ਤੇ ਕੰਮ ਕੀਤੇ ਨੇ ਤੇ ਦੇਸ਼ ਦੀ ਤਰੱਕੀ ਇਹਨਾਂ 8 ਸਾਲਾਂ ਦੇ ਵਿੱਚ ਹੀ ਹੋਈ ਹੈ। ਪਰ ਜੇ ਗੱਲ ਕਰੀਏ ਤਾਂ ਇਸ ਤੋਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਕਿਉਂਕਿ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਸ ਤਰ੍ਹਾਂ ਦਾ ਦਾਅਵਾ ਤਾਂ ਕਰ ਦਿੱਤਾ ਗਿਆ, ਪਰ ਜੇ ਗੱਲ ਕਰੀਏ ਤਾਂ 1947 ਤੋਂ ਲੈ ਕੇ 2014 ਤੱਕ ਦੀ ਇਹ 67 ਵਰ੍ਹਿਆਂ ਨੂੰ ਵੀ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕੋਈ ਅਣਦੇਖਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਤਾਂ ਇਹ ਕਹਿਤਾ ਵੀ ਕਿ ਦੇਸ਼ ਦਾ ਵਿਕਾਸ 2014 ਤੋਂ ਬਾਅਦ ਹੋਇਆ। ਪਰ ਜੇ ਗੱਲ ਕਰੀਏ ਦੇਸ਼ ਦੀ ਵੰਡ 1947 'ਚ ਹੁੰਦੀ ਹੈ ਤੇ 1947 ਤੋਂ ਲੈ ਕੇ 2014 ਤੱਕ ਸਮੇਂ-ਸਮੇਂ 'ਤੇ ਕਈ ਸਰਕਾਰਾਂ ਬਦਲੀਆਂ, ਉਸੇ ਸਮੇਂ ਦੌਰਾਨ ਜਿਹੜਾ ਹੈਗਾ ਭਾਜਪਾ ਵੀ ਕਾਬਜ਼ ਰਹੀ ਹੈ ਕੇਂਦਰ ਦੇ ਵਿੱਚ, ਚਾਹੇ ਉਹ ਕਹਿ ਦਈਏ NDA ਦੇ ਰੂਪ 'ਚ ਰਹੀ ਹੈ, ਆਪਣੀ ਭਾਈਵਾਲ ਪਾਰਟੀਆਂ ਦੇ ਨਾਲ ਰਹੀ ਹੈ। ਪਰ ਉਹਨਾਂ ਨੇ ਸਪਸ਼ਟ ਤੌਰ 'ਤੇ ਕਹਿ ਤਾ ਵੀ ਕਿ ਪਿਛਲੇ ਸਮੇਂ 'ਚ ਕੋਈ ਇੰਨਾ ਵਿਕਾਸ ਨਹੀਂ ਹੋਇਆ, ਜਿਹੜਾ ਵਿਕਾਸ ਤਾਂ ਬਾਅਦ 'ਚ ਹੀ ਹੋਇਆ। ਪਰ ਜੇ ਗੱਲ ਕਰੀਏ ਦੇਸ਼ ਦੀ ਵੰਡ 1947 ਤੋਂ ਹੁੰਦੀ ਹੈ ਤਾਂ 1947 ਤੋਂ ਬਾਅਦ ਦੇਸ਼ ਦੇ ਕਈ ਤਰ੍ਹਾਂ ਦੀ ਜਿਹੜਾ ਹਾਲਾਤਾਂ 'ਚ ਗੁਜ਼ਰਿਆ, ਕਿਉਂਕਿ ਵੰਡ ਹੁੰਦੇ ਸਾਰ ਦੇਸ਼ ਦੇ ਜਿਹੜਾ ਸਟਰਕਚਰ ਹੈ ਉਹ ਪੂਰੀ ਤਰ੍ਹਾਂ ਹਿੱਲ ਚੁੱਕਿਆ ਸੀਗਾ, ਦੇਸ਼ ਦੀ ਆਰਥਿਕਤਾ ਨੂੰ ਢਾਹ ਲੱਗ ਰਹੀ ਸੀਗੀ। ਉਸ ਸਮੇਂ ਦੀਆਂ ਸਰਕਾਰਾਂ ਨੇ ਗੱਲ ਕਰੀਏ ਤਾਂ ਦੇਸ਼ ਦੀ ਵੰਡ ਤੋਂ ਬਾਅਦ ਜਿਹੜੇ ਮੁੱਢਲੇ 10 12 15 ਸਾਲ ਸੀਗੇ ਉਹ ਬਹੁਤ ਹੀ ਔਖਾ ਸਮਾਂ ਸੀਗਾ, ਜਿਸ ਨੂੰ ਉਸ ਸਮੇਂ ਦੀ ਸਰਕਾਰਾਂ ਨੇ ਸਾਂਭਿਆ, ਕਿਉਂਕਿ ਉਸੇ ਦੌਰਾਨ ਦੇਸ਼ ਦੀ ਵੰਡ ਹੋ ਗਈ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਦੇਸ਼ ਦਾ ਸੰਵਿਧਾਨ ਬਣਿਆ, ਸੰਵਿਧਾਨ ਬਣਨ ਦੇ ਨਾਲ ਹੀ ਸੰਵਿਧਾਨਕ ਸੰਸਥਾਵਾਂ ਬਣੀਆਂ, ਵਿਦਿਅਕ ਅਦਾਰੇ ਬਣੇ, ਦੇਸ਼ 'ਚ ਵੱਡੀ ਗਿਣਤੀ 'ਚ ਡੈਮ ਬਣਾਏ ਗਏ, ਹੋਰ ਆਰਥਿਕ ਜਿਹੜਾ ਸਟਰਕਚਰ ਹੈ ਉਸਨੂੰ ਇੱਕ ਪਲੈਨਡ ਤਰੀਕੇ ਨਾਲ ਕੀਤਾ ਗਿਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਇਹ 1947 ਤੋਂ ਬਾਅਦ ਹੀ ਜਿਹੜਾ ਹੋਇਆ ਸੀਗਾ ਮੁੱਢਲੇ 10 12 15 ਸਾਲਾਂ 'ਚ, ਜਿਸ ਨੂੰ ਕਿ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਵੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਬੜੇ ਸਧਾਰਨ ਸ਼ਬਦਾਂ 'ਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਦੇਸ਼ 'ਚ ਪਿਛਲੇ 67 ਵਰ੍ਹਿਆਂ 'ਚ ਕੁਝ ਨਹੀਂ ਹੋਇਆ, 2014 ਤੋਂ ਬਾਅਦ ਹੀ ਦੇਸ਼ ਦੀ ਤਰੱਕੀ ਸ਼ੁਰੂ ਹੋਈ ਹੈ। ਪਰ ਜੇ ਗੱਲ ਕਰੀਏ ਤਾਂ ਅੱਜ
ਕੇਂਦਰ ਸਰਕਾਰ ਵੱਲੋਂ ਜਿਹੜਾ ਦਾਅਵਾ ਕੀਤਾ ਜਾ ਰਿਹਾ ਵੀ ਕਿ ਸਾਡੇ ਦੇਸ਼ ਦੀ ਬੁਨਿਆਦ ਮਜ਼ਬੂਤ ਹੈ, ਅਸੀਂ ਬਹੁਤ ਹੀ ਮਜ਼ਬੂਤੀ ਨਾਲ ਅੱਗੇ ਵੱਧ ਰਹੇ ਹਾਂ, ਅਸੀਂ ਇੱਕ ਵਿਕਾਸਸ਼ੀਲ ਦੇਸ਼ ਹਾਂ। ਤਾਂ ਇਹ ਭੁੱਲਣ ਵਾਲੀ ਗੱਲ ਵੀ ਨਹੀਂ ਹੈ, ਕਿਉਂਕਿ ਇਸ ਵਿਕਾਸਸ਼ੀਲ ਦੇਸ਼ ਦੀ ਨੀਂਹ ਜਿਹੜੀ ਹੈ ਉਹ 1947 ਚ ਦੇਸ਼ ਵੰਡ ਤੋਂ ਬਾਅਦ ਹੀ ਰੱਖੀ ਗਈ ਸੀ। ਉਸ ਤੋਂ ਬਾਅਦ ਹੀ ਸਰਕਾਰਾਂ ਦੇ ਕੰਮਕਾਰ ਹੌਲੀ ਹੌਲੀ ਚੱਲਦੇ ਗਏ। ਉਹਨਾਂ ਕੰਮਾਂ ਕਾਰਾਂ ਦੇ ਸਮੇਂ ਜਿਹੜਾ ਹੈਗਾ ਦੇਸ਼ ਦੀ ਜਿਹੜਾ ਨੀਂਹ ਰੱਖੇਗੀ ਅਤੇ ਦੇਸ਼ ਅੱਜ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ। ਕਿਉਂਕਿ ਉਸ ਸਮੇਂ ਜੇ ਗੱਲ ਕਰੀਏ, ਸ਼੍ਰੀ ਜਵਾਹਰ ਲਾਲ ਨਹਿਰੂ, ਡਾਕਟਰ BR ਅੰਬੇਦਕਰ, ਡਾਕਟਰ ਰਾਜਿੰਦਰ ਪ੍ਰਸਾਦ ਹੋ ਗਏ ਜਾਂ ਪਟੇਲ ਹੋਣੀ ਹੋ ਗਏ, ਇਹਨਾਂ ਜਿਹੜੀ ਸ਼ਖਸੀਅਤਾਂ ਸੀਗੀਆਂ ਉਸ ਸਮੇਂ ਦੇ ਆਗੂ ਸੀਗੇ, ਇਹਨਾਂ ਨੂੰ ਵੀ ਜਿਹੜਾ ਭੁਲਾਇਆ ਨਹੀਂ ਜਾ ਸਕਦਾ। ਕਿਉਂਕਿ ਇਹਨਾਂ ਨੇ ਉਸ ਸਮੇਂ ਜਿਹੜੇ ਦੇਸ਼ 'ਚ ਫੈਸਲੇ ਲਏ ਜਾਂ ਜੋ ਨਿਯਮ ਨੀਤੀਆਂ ਤਿਆਰ ਕੀਤੀਆਂ, ਉਹਨਾਂ ਸਦਕਾ ਦੇਸ਼ ਤੇਜ਼ੀ ਨਾਲ ਜਿਹੜਾ ਹੈਗਾ ਵਿਕਾਸ ਦੇ ਰਾਹ 'ਤੇ ਤੁਰਿਆ। ਹੋਰ ਜਿਹੜਾ ਹੈਗਾ ਵੱਡੀ ਗਿਣਤੀ 'ਚ ਦੇਸ਼ ਦੇ ਵਿੱਚ ਜਿਹੜਾ ਹੈਗਾ ਵਿਕਾਸ ਹੋਇਆ। ਉਹਨਾਂ ਸਮਿਆਂ ਦੇ ਵਿੱਚ ਹੀ ਗੱਲ ਕਰੀਏ ਤਾਂ ਦੇਸ਼ ਸਪੇਸ ਦੇ ਖੇਤਰ ਦੇ ਵਿੱਚ ਹੋਵੇ, ਜਹਾਜ਼ ਦੇ ਖੇਤਰ ਦੇ ਵਿੱਚ ਹੋਵੇ, ਸਮੁੰਦਰੀ ਜਹਾਜ਼ਾਂ ਦੀ ਗੱਲ ਕਰ ਲਈਏ, ਸਟੀਲ ਦਾ ਕਾਰੋਬਾਰ ਹੋਵੇ, ਕੋਲੇ ਦਾ ਕਾਰੋਬਾਰ ਹੋਵੇ, ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਜਿਹੜਾ ਸ਼ੁਰੂਆਤ ਉਸੇ ਸਮੇਂ ਦੇ ਵਿੱਚ ਹੋਈ ਸੀ। ਅਤੇ ਇਸ ਸਮੇਂ ਨੂੰ ਵੀ ਜਿਹੜਾ ਹੈਗਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਤੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇੱਕ ਹੋਰ ਬੜਾ ਸਧਾਰਨ ਲਫ਼ਜ਼ਾਂ 'ਚ ਇੱਕ ਗੱਲ ਕਰੀ ਹੈ ਵੀ ਕਿ 2014 ਤੋਂ ਲੈ ਕੇ 2004 ਤੋਂ ਲੈ ਕੇ 2014 ਤੱਕ ਦੇ ਜਿਹੜੇ ਇਹ 10 ਸਾਲਾਂ ਦੀ ਕਾਰਗੁਜ਼ਾਰੀ ਹੈ ਕੇਂਦਰ ਸਰਕਾਰ ਹੈ, ਉਸ ਸਮੇਂ ਨੂੰ ਜਿਹੜਾ ਹੈਗਾ ਗੁਆਚਿਆ ਹੋਇਆ ਸਮਾਂ ਮੰਨ ਰਹੀ ਹੈ ਵੀ ਕਿ ਇਹਨਾਂ 10 ਸਾਲਾਂ 'ਚ ਦੇਸ਼ ਦਾ ਕੋਈ ਕੰਮ ਨਹੀਂ ਹੋਇਆ, ਦੇਸ਼ 'ਚ ਕੁਝ ਨਹੀਂ ਹੋਇਆ। ਪਰ ਜੇ ਗੱਲ ਕਰੀਏ ਤਾਂ ਇਹ 10 ਸਾਲ ਉਹ ਨੇ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੇ 10 ਸਾਲ ਨੇ, ਜਿਨ੍ਹਾਂ ਦਾ ਕਿ ਪ੍ਰਧਾਨ ਮੰਤਰੀ ਜੀ ਜ਼ਿਕਰ ਕਰ ਰਹੇ ਨੇ। ਭਾਵੇਂ ਉਸ ਸਮੇਂ ਦੇਸ਼ ਦੇ ਵਿੱਚ ਕਈ ਤਰ੍ਹਾਂ ਦੇ ਘਪਲੇ, ਕਈ ਭ੍ਰਿਸ਼ਟਾਚਾਰ, ਕਈ ਘੁਟਾਲੇ ਸਾਹਮਣੇ ਆਏ ਨੇ, ਪਰ ਇਹ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਇਹਨਾਂ 10 ਵਰ੍ਹਿਆਂ 'ਚ ਦੇਸ਼ ਦਾ ਵਿਕਾਸ ਨਹੀਂ ਹੋਇਆ। ਕਿਉਂਕਿ ਡਾਕਟਰ ਮਨਮੋਹਨ ਸਿੰਘ ਇੱਕ ਮੰਨੇ ਹੋਏ ਅਰਥ ਸ਼ਾਸਤਰੀ ਨੇ, ਜਿਨ੍ਹਾਂ ਨੂੰ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਇੱਕ ਨਾਮ ਬੋਲਦਾ ਵੀ ਕਿ ਇਕਨੋਮਿਕ ਖੇਤਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਜੋ ਕੰਮ ਕੀਤਾ ਉਸ ਦੀ ਦੁਨੀਆ ਭਰ 'ਚ ਸ਼ਲਾਘਾ ਹੁੰਦੀ ਹੈ। ਪਰ ਉਹਨਾਂ ਦੇ ਸਮੇਂ 'ਚ ਜਿਹੜਾ ਇੱਕ 2G ਸਕੈਮ ਹੋਇਆ, ਕਾਲ ਸਕੈਮ ਹੋਇਆ, ਇਸ ਤਰ੍ਹਾਂ ਦੇ ਕੁਝ ਸਕੈਮ ਜਿਹੜੇ ਨੇ, ਕੁਝ ਘੁਟਾਲੇ ਜਿਹੜੇ ਨੇ ਸਾਹਮਣੇ ਜ਼ਰੂਰ ਆਏ ਨੇ। ਪਰ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਅੱਜ ਦੇਸ਼ ਜਿਹੜਾ ਡਿਜੀਟਲ ਇੰਡੀਆ 'ਤੇ ਅੱਗੇ ਵੱਧ ਰਿਹਾ, ਤਾਂ ਡਿਜੀਟਲ ਇੰਡੀਆ ਦੀ ਨੀਂਹ ਵੀ ਉਹਨਾਂ 10 ਸਾਲਾਂ 'ਚ ਹੀ ਕਿਤੇ ਨਾ ਕਿਤੇ ਰੱਖੀ ਗਈ ਹੈ। ਦੇਸ਼ ਦੇ ਵਿੱਚ ਡਿਜੀਟਲ ਕੰਮਕਾਰ ਸ਼ੁਰੂ ਹੋਏ, ਚਾਹੇ ਡਿਜੀਟਲ ਕੰਪਨੀਆਂ ਦੀ ਗੱਲ ਕਰੀਏ, ਚਾਹੇ ਉਹ ਇਨਫੋਸਿਸ ਹੋਵੇ, ਇਨਫੋਟੈਕ ਦੀ ਹੋਵੇ, ਮਹਿੰਦਰਾ ਇਨਫੋਟੈਕ ਹੋਵੇ, ਜਾਂ ਹੋਰ ਇਸ ਤਰ੍ਹਾਂ ਜਿੰਨੀਆਂ ਵੀ ਡਿਜੀਟਲ ਕੰਪਨੀਆਂ ਨੇ, ਉਹ ਵੀ ਜਿਹੜਾ ਹੈ ਉਸੇ 10 ਸਾਲਾਂ ਦੇ ਵਿੱਚ ਮਜ਼ਬੂਤੀ ਨਾਲ ਅੱਗੇ ਵਧੀਆਂ ਨੇ। ਤਾਂ ਇਹਨਾਂ 10 ਸਾਲਾਂ ਨੂੰ ਵੀ ਜਿਹੜਾ ਹੈਗਾ ਗੁਆਚਿਆ ਹੋਇਆ ਨਹੀਂ ਕਿਹਾ ਜਾ ਸਕਦਾ। ਦੇਸ਼ ਨੇ ਉਹਨਾਂ 10 ਸਾਲਾਂ ਦੇ ਵਿੱਚ ਵੀ ਜਿਹੜਾ ਹੈਗਾ ਤਰੱਕੀ ਕੀਤੀ ਹੈ, ਜਿਹੜਾ ਹੈਗਾ ਦੇਸ਼ ਅੱਗੇ ਜ਼ਰੂਰ ਵਧਿਆ। ਪਰ ਪ੍ਰਧਾਨ ਮੰਤਰੀ ਦੀ ਸਪੀਚ 'ਚ ਜਿਹੜਾ ਉਹਨਾਂ ਨੇ ਸਿਰਫ 2014 ਤੋਂ ਬਾਅਦ ਦੇ ਜਿਹੜਾ ਗੁਣ ਗਾਉਣ ਦੀ ਕੋਸ਼ਿਸ਼ ਕੀਤੀ ਹੈ, ਕੁਝ ਅਜਿਹੇ ਜਿਹੜੇ ਉਹਨਾਂ ਨੇ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੀ ਸਪੀਚ 'ਚ, ਜਿਨ੍ਹਾਂ ਨੂੰ ਵਾਰ-ਵਾਰ ਦੁਹਰਾਇਆ ਹੈ ਅਤੇ ਉਹਨਾਂ ਨਾਲ ਜਿਹੜਾ ਹੈਗਾ ਇੱਕ ਨਾਮ ਖੱਟਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿ ਹਾਂਜੀ ਵੀ ਕਿ ਭਾਜਪਾ ਦੀ ਅਗਵਾਈ ਹੇਠ ਜਿਹੜੀ ਹੁਣ ਸਰਕਾਰ ਹੈ ਇਸਨੇ ਵੱਡੇ ਪੱਧਰ 'ਤੇ ਕੰਮ ਕੀਤੇ ਨੇ। ਜੇ ਦੇਖੀਏ ਤਾਂ ਪ੍ਰਧਾਨ ਮੰਤਰੀ ਜੀ ਦੀ ਸਪੀਚ ਦੇ ਵਿੱਚ ਕੁਝ ਲਫ਼ਜ਼, ਚਾਹੇ ਉਹ ਗੌਰਵ, ਰਾਸ਼ਟਰ ਸਮਰੱਥਾ, ਅਜਿਹੇ ਲਫ਼ਜ਼ ਜਿਹੜੇ ਨੇ ਵਾਰ-ਵਾਰ ਉਹਨਾਂ ਨੂੰ ਦੁਹਰਾਏ ਗਏ ਨੇ। ਅਤੇ ਇਹਨਾਂ ਨੂੰ ਦੁਹਰਾ ਕੇ ਜਿਹੜਾ ਹੈਗਾ ਆਪਣੇ ਸਮੇਂ 'ਚ ਤਰੱਕੀ ਅਤੇ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੂੰ ਜਿਹੜਾ ਹੈਗਾ ਨਿਕੰਮਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਹਨਾਂ ਦੇ ਭਾਸ਼ਣ 'ਚ ਇੱਕ ਚੀਜ਼ ਜਿਹੜੀ ਹੈਗੀ ਸਪਸ਼ਟ ਤੌਰ 'ਤੇ ਨਿਕਲ ਕੇ ਸਾਹਮਣੇ ਆਈ ਹੈ ਵੀ ਦੇਸ਼ ਦੇ ਵਿੱਚ ਇਸ ਸਮੇਂ 80 ਕਰੋੜ ਲੋਕਾਂ ਨੂੰ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਮੁਫਤ ਅਨਾਜ ਦਿੱਤਾ ਜਾ ਰਿਹਾ। ਜੇ ਦੇਖੀਏ ਤਾਂ ਇਹ ਅਨਾਜ ਕੋਈ ਅੱਜ ਤੋਂ ਨਹੀਂ ਦਿੱਤਾ ਜਾ ਰਿਹਾ, ਪਿਛਲੇ 2-2.5 ਸਾਲਾਂ ਤੋਂ ਕਰੋਨਾ ਮਹਾਮਾਰੀ ਤੋਂ ਹੀ ਦਿੱਤਾ ਜਾ ਰਿਹਾ ਸੀ। ਪਰ ਇਸ ਜਿਹੜੀ ਗੱਲ ਹੈ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੀ, ਇਹ ਸਪਸ਼ਟ ਕਰਦੀ ਹੈ ਵੀ ਕਿ ਅੱਜ ਜਿੰਨੀ ਵੀ ਅਸੀਂ ਗੱਲ ਕਰ ਲਈਏ ਵੀ ਕਿ ਭਾਰਤ ਦੇਸ਼ ਤਰੱਕੀ ਕਰ ਚੁੱਕਾ ਹੈ, ਡਿਜੀਟਲ ਇੰਡੀਆ ਦੇ ਰਾਹ 'ਤੇ ਵੱਧ ਰਿਹਾ। ਹੋਰ ਜਿਹੜਾ ਹੈਗਾ ਅਸੀਂ ਆਪਣੀ ਵੱਡੀ ਗਿਣਤੀ 'ਚ ਵਸਤੂਆਂ ਬਣਾਉਣ ਦਾ ਇੱਕ ਹੱਬ ਬਣਾਉਣ ਵਾਲੇ ਪਾਸੇ ਵੱਧ ਰਹੇ ਹਾਂ ਅੱਗੇ। ਪਰ ਇਸ ਤੋਂ ਪਤਾ ਲੱਗਦਾ ਵੀ ਕਿ ਅੱਜ ਸਾਡੇ ਦੇਸ਼ 'ਚ 80 ਕਰੋੜ ਲੋਕ, ਮਤਲਬ 50% ਤੋਂ ਵੱਧ ਜਨਤਾ ਸਾਡੇ ਦੇਸ਼ ਦੀ ਅਜਿਹੀ ਹੈ ਜਿਨ੍ਹਾਂ ਨੂੰ ਰੋਜ਼ ਭਰ ਪੇਟ ਭੋਜਨ ਨਹੀਂ ਮਿਲਦਾ। ਉਹ ਭਰ ਪੇਟ ਭੋਜਨ ਖਾਣ ਲਈ ਇੰਨੀ ਕਮਾਈ ਨਹੀਂ ਕਰਦੇ ਵੀ ਕਿ ਉਹ ਭਰ ਪੇਟ ਭੋਜਨ ਖਾ ਸਕਣ। ਇਸੇ ਕਰਕੇ ਸਰਕਾਰ ਨੂੰ ਜਿਹੜਾ ਹੈਗਾ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣਾ ਪੈ ਰਿਹਾ। ਇਹ ਉਹਨਾਂ ਦੀ ਸਪੀਚ ਤੋਂ ਹੀ ਚੱਲਦਾ ਅਤੇ ਜਿਹੜਾ ਝਲਕਦਾ ਅਤੇ ਨਾਲ ਸਾਨੂੰ ਪਤਾ ਲੱਗਦਾ ਵੀ ਕਿ ਜਦੋਂ ਸਾਨੂੰ ਦੇਸ਼ 'ਚ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣਾ ਪੈ ਰਿਹਾ ਹੋਵੇ ਤਾਂ ਅਸੀਂ ਕਿਹੜੇ ਵਿਕਾਸ ਦੀ ਗੱਲ ਕਰ ਰਹੇ ਹਾਂ, ਕਿਹੜੀ ਤਰੱਕੀ ਦੀ ਗੱਲ ਕਰ ਰਹੇ ਹਾਂ, ਜਾਂ ਸਾਡਾ ਦੇਸ਼ ਕਿਹੜੀ ਤਰੱਕੀ ਕਰ ਰਿਹਾ, ਇਹ ਪਤਾ ਲੱਗਦਾ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਤੋਂ। ਇਸ ਦੇ ਨਾਲ ਹੀ ਗੱਲ ਕਰੀਏ ਤਾਂ
ਭਾਵੇਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਜੀ ਦੀ ਇੱਕ ਗੱਲ ਨੂੰ ਬਿਲਕੁਲ ਹੀ ਸ਼ਲਾਘਾ ਕਰਨੀ ਬਣਦੀ ਹੈ, ਜੋ ਕਿ ਉਹਨਾਂ ਦੀ ਵੱਡੀ ਗੱਲ ਹੈ। ਕਿਉਂਕਿ ਇਸ ਸਮੇਂ ਜਿਹੜਾ ਹੈਗਾ ਸਾਰੇ ਦੁਨੀਆ ਭਰ ਦੇ ਮੁਲਕ ਦੀ ਜਿਹੜੀ ਨਜ਼ਰਾਂ ਹੈ ਉਹ ਭਾਰਤ 'ਤੇ ਟਿਕੀਆਂ ਹੋਈਆਂ, ਸਾਰੇ ਭਾਰਤ ਵੱਲ ਦੇਖ ਰਹੇ ਨੇ। ਕਿਉਂਕਿ ਪਿਛਲੇ ਸਮੇਂ 'ਚ ਭਾਰਤ ਨੇ ਜਿਹੜਾ ਹੈਗਾ ਵੱਡੀ ਗਿਣਤੀ 'ਚ ਦੇਸ਼ਾਂ ਨੂੰ ਦਵਾਈ ਸਪਲਾਈ ਕੀਤੀ ਹੈ, ਅਨਾਜ ਭੇਜਿਆ ਜਾ ਰਿਹਾ, ਜਾਂ ਹੋਰ ਜਿਹੜੀ ਹੈਗੀਆਂ ਕਈ ਤਰ੍ਹਾਂ ਦੀ ਵਸਤੂਆਂ ਜਿਹੜੀ ਸਪਲਾਈ ਕੀਤੀ ਜਾ ਰਹੀ ਹੈ। ਪਰ ਉਹਨਾਂ ਦੀ ਇੱਕ ਗੱਲ ਇਹ ਵੀ ਭੁੱਲਣਯੋਗ ਨਹੀਂ ਹੈ ਵੀ ਕਿ ਇਸ ਸਮੇਂ ਭਾਵੇਂ ਅਸੀਂ ਦੇਸ਼ ਵੱਡੀ ਗਿਣਤੀ 'ਚ ਐਕਸਪੋਰਟ ਕਰ ਰਹੇ ਹਾਂ, ਵੱਡੀ ਗਿਣਤੀ 'ਚ ਦੇਸ਼ਾਂ ਨੂੰ ਜਿਹੜਾ ਸਮਾਨ ਸਪਲਾਈ ਕਰ ਰਹੇ ਹਾਂ, ਪਰ ਉਸ ਦੇ ਮੁਕਾਬਲੇ ਜੇ ਗੱਲ ਕਰੀਏ ਇੰਪੋਰਟ ਦੀ, ਤਾਂ ਸਾਡੇ ਦੇਸ਼ 'ਚ ਇੰਪੋਰਟ ਦੀ ਦਰ ਐਕਸਪੋਰਟ ਨਾਲੋਂ ਕਿਤੇ ਵੱਧ ਹੈ। ਵੀ ਕਿ ਅੱਜ ਅਸੀਂ ਇੰਨਾ ਬਾਹਰ ਵਿਦੇਸ਼ਾਂ 'ਚ ਭੇਜ ਨਹੀਂ ਰਹੇ ਜਿੰਨਾ ਕਿ ਵਿਦੇਸ਼ਾਂ 'ਚ ਜਾਂ ਹੋਰਨਾਂ ਮੁਲਕਾਂ ਤੋਂ ਜਿਹੜਾ ਹੈਗਾ ਆਪਣੇ ਦੇਸ਼ 'ਚ ਮੰਗਵਾ ਰਹੇ ਹਾਂ। ਤਾਂ ਇਸ ਤੋਂ ਪਤਾ ਲੱਗਦਾ ਵੀ ਕਿ ਭਾਵੇਂ ਸਾਰੇ ਦੁਨੀਆ ਭਰ ਦੇ ਮੁਲਕਾਂ ਦੀ ਨਜ਼ਰਾਂ ਸਾਡੇ ਟਿਕੀਆਂ ਜ਼ਰੂਰ ਪਈਆਂ, ਪਰ ਜਿਹੜਾ ਹੈਗਾ ਇਸ ਸਮੇਂ ਹਾਲਾਤ ਜਿਹੜੇ ਨੇ ਇਹੋ ਜਿਹੇ ਬਣੇ ਹੋਏ ਨੇ, ਦੁਨੀਆ ਭਰ ਦੇ ਵਿੱਚ ਹੀ ਆਰਥਿਕ ਮੰਦੀ ਚੱਲ ਰਹੀ ਹੈ, ਜਿਸ ਕਰਕੇ ਦੂਜੇ ਦੇਸ਼ ਜਿਹੜੇ ਨੇ ਉਹ ਇੱਕ ਦੂਜੇ 'ਤੇ ਨਿਰਭਰ ਹੋਏ ਹੋਏ ਨੇ। ਆਪਸੀ ਨਿਰਭਰਤਾ ਨਾਲ ਹੀ ਜਿਹੜਾ ਹੈਗਾ ਕੰਮ ਚੱਲ ਰਿਹਾ। ਇਸ ਨੂੰ ਅੰਤਰਦੇਸ਼ੀ ਨਿਰਭਰਤਾ ਵੀ ਅਸੀਂ ਕਹਿ ਸਕਦੇ ਹਾਂ, ਵੀ ਕਿ ਸਾਰੇ ਦੇਸ਼ ਇੱਕ ਦੂਜੇ 'ਤੇ ਨਿਰਭਰ ਹੋ ਕੇ ਕੰਮ ਚੱਲ ਰਿਹਾ, ਜਿਹੜਾ ਹੈਗਾ ਇੱਕ ਦੂਜੇ ਦਾ ਗੁਜ਼ਾਰਾ ਕਰ ਰਹੇ ਨੇ। ਜੇ ਇੱਕ ਉਦਾਹਰਨ ਵਜੋਂ ਆਪਾਂ ਗੱਲ ਕਰੀਏ ਤਾਂ ਅੱਜ ਲਗਭਗ 10 ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਾ ਰਸ਼ੀਆ ਅਤੇ ਯੂਕਰੇਨ ਦੀ ਲੜਾਈ ਚੱਲਦੇ ਨੂੰ, ਅਤੇ ਹੁਣ ਤੱਕ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਰਸ਼ੀਆ ਅਤੇ ਯੂਕਰੇਨ ਦੀ ਕੀ ਮਹੱਤਤਾ ਹੈ, ਉਹ ਕੀ ਕੁਝ ਕਰਦੇ ਨੇ। ਪਰ ਜਦੋਂ ਅੱਜ 10 ਮਹੀਨੇ ਬੀਤ ਚੁੱਕੇ ਨੇ ਤਾਂ ਪਤਾ ਲੱਗਦਾ ਵੀ ਕਿ ਰਸ਼ੀਆ ਅਤੇ ਯੂਕਰੇਨ ਵੱਲੋਂ ਕੀ ਕੁਝ ਜਿਹੜਾ ਹੈਗਾ ਸਪਲਾਈ ਕੀਤਾ ਜਾਂਦਾ ਹੈ ਦੁਨੀਆ ਭਰ ਦੇ ਦੇਸ਼ਾਂ 'ਚ। ਕਿਉਂਕਿ ਜੇ ਗੱਲ ਕਰੀਏ ਯੂਕਰੇਨ ਦੀ, ਤਾਂ ਯੂਕਰੇਨ ਵੱਲੋਂ ਵੱਡੀ ਗਿਣਤੀ 'ਚ ਦੇਸ਼ਾਂ ਨੂੰ, ਚਾਹੇ ਉਹ ਮਿਸਰ ਹੋਵੇ, ਪਾਕਿਸਤਾਨ ਹੋਵੇ, ਇੰਡੋਨੇਸ਼ੀਆ ਹੋਵੇ, ਇਹਨਾਂ ਦੇਸ਼ਾਂ ਨੂੰ ਤਾਂ ਅਨਾਜ ਭੇਜਿਆ ਹੀ ਜਾਂਦਾ ਸੀ। ਇਸ ਤੋਂ ਇਲਾਵਾ ਗੱਲ ਕਰੀਏ ਭਾਰਤ ਹੋ ਗਿਆ ਜਾਂ ਹੋਰ ਵੱਡੀ ਗਿਣਤੀ 'ਚ ਦੇਸ਼ ਨੇ, ਤਾਂ ਇਹਨਾਂ ਨੂੰ ਸਨਫਲਾਵਰ ਵਰਗੇ ਜਿਹੜਾ ਬੀਜ ਨੇ ਜਾਂ ਸਨਫਲਾਵਰ ਵਰਗੀ ਫਸਲਾਂ ਨੇ ਇਹ ਵੀ ਸਪਲਾਈ ਕੀਤੀਆਂ ਜਾਂਦੀਆਂ ਸੀ, ਜੋ ਕਿ ਯੂਕਰੇਨ ਵੱਲੋਂ ਕੀਤੀ ਜਾਂਦੀ ਸੀ। ਦੂਜੇ ਪਾਸੇ ਗੱਲ ਕਰੀਏ ਰਸ਼ੀਆ ਦੀ, ਤਾਂ ਰਸ਼ੀਆ ਵੱਲੋਂ ਵੀ ਜਿਹੜਾ ਹੈਗਾ ਗੈਸ, ਤੇਲ ਜਾਂ ਹੋਰ ਇਸ ਤਰ੍ਹਾਂ ਦੇ ਜਿੰਨੇ ਪਦਾਰਥ ਨੇ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਸਪਲਾਈ ਕੀਤੇ ਜਾਂਦੇ ਸੀ। ਪਰ ਪਿਛਲੇ 10 ਮਹੀਨਿਆਂ ਤੋਂ ਜਿਹੜਾ ਦੋਵੇਂ ਦੇਸ਼ਾਂ ਦੇ ਵਿਚਕਾਰ ਲੜਾਈ ਚੱਲ ਰਹੀ ਹੈ, ਜੰਗ ਲਗਾਤਾਰ ਜਾਰੀ ਹੈ, ਜਿਸ ਕਰਕੇ ਦੁਨੀਆ ਭਰ ਦੇ ਵਿੱਚ ਜਿਹੜਾ ਹੈਗਾ ਇੱਕ ਦਿੱਕਤਾਂ ਦਾ ਮਾਹੌਲ ਬਣ ਚੁੱਕਾ ਹੈ। ਉਹਨਾਂ ਨੂੰ ਜਿਹੜਾ ਇਹ ਦੋਵਾਂ ਦੇਸ਼ਾਂ ਤੋਂ ਸਮਾਨ ਸਪਲਾਈ ਹੁੰਦਾ ਸੀ, ਉਸ ਦੀ ਘਾਟ ਵੱਡੇ ਪੱਧਰ 'ਤੇ ਚੱਲ ਰਹੀ ਹੈ, ਜਿਸ ਦਾ ਕਿ ਆਪਾਂ ਹੋਰ ਨਹੀਂ ਤਾਂ ਪਾਕਿਸਤਾਨ ਤੋਂ ਪਤਾ ਲੱਗ ਸਕਦਾ ਵੀ ਕਿ ਅਨਾਜ ਦੀ ਸਪਲਾਈ ਯੂਕਰੇਨ ਤੋਂ ਹੁੰਦੀ ਸੀ, ਅਤੇ ਅੱਜ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਨੇ, ਉੱਥੇ ਦੇ ਕਿੰਨੀ ਕੁ ਆਰਥਿਕ ਮੰਦੀ ਚੱਲ ਰਹੀ ਹੈ, ਕਿਸੇ ਤੋਂ ਲੁਕੋਈ ਨਹੀਂ ਜਾ ਸਕਦੀ, ਕਿਉਂਕਿ ਉੱਥੇ ਦੇ ਹਾਲਾਤ ਇਸ ਤਰ੍ਹਾਂ ਦੇ ਨੇ। ਇਸੇ ਤਰ੍ਹਾਂ ਜਿਹੜਾ ਹੈਗਾ ਹੋਰਨਾਂ ਦੇਸ਼ਾਂ ਦੇ ਵੀ ਨੇ। ਤਾਂ ਇਸ ਤੋਂ ਸਪਸ਼ਟ ਹੁੰਦਾ ਵੀ ਕਿ ਇਸ ਸਮੇਂ ਦੇਸ਼ ਜਿਹੜਾ ਹੈਗਾ ਅੰਤਰਦੇਸ਼ੀ ਨਿਰਭਰਤਾ ਦਾ ਸਮਾਂ, ਅਤੇ ਇੱਕ ਦੂਜੇ ਦੇ ਨਿਰਭਰ ਹੋ ਕੇ ਜਿਹੜਾ ਹੈਗਾ ਕੰਮ ਕਰ ਰਹੇ ਨੇ। ਇਸ ਲਈ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਵੀ ਕਿ ਜਿੱਥੇ ਅਸੀਂ ਅੱਜ ਦੇ ਸਮੇਂ ਇੱਕ ਮਜ਼ਬੂਤੀ ਨਾਲ ਦੇਸ਼ ਅੱਗੇ ਵੱਧ ਰਿਹਾ, ਇੱਕ ਵਿਕਾਸਸ਼ੀਲ ਦੇਸ਼ ਵਜੋਂ ਭਾਰਤ ਜਾਣਿਆ ਜਾਂਦਾ ਹੈ, ਵੀ ਕਿ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ। ਅਤੇ ਜਿਹੜੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਕੁਝ ਨਾ ਕੁਝ ਯੋਗਦਾਨ ਉਹਨਾਂ ਦਾ ਰਿਹਾ, ਚਾਹੇ ਉਹ ਪਹਿਲਾਂ ਕਾਂਗਰਸ ਦੀ ਸਰਕਾਰਾਂ ਹੋਣ, ਯੂਪੀਏ ਦੀ, ਐਨਡੀਏ ਦੀ, ਜਾਂ 2004 ਤੋਂ 14 ਤੱਕ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਹੋਵੇ, ਅਤੇ 2014 ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੋਵੇ। ਸਰਕਾਰਾਂ ਜਿਹੜੀਆਂ ਵੀ ਨੇ ਉਹਨਾਂ ਵੱਲੋਂ ਕੰਮ ਕੁਝ ਕੀਤੇ ਜਾਂਦੇ ਨੇ, ਅਤੇ ਉਹਨਾਂ ਕੰਮਾਂ ਕਰਕੇ ਦੇਸ਼ ਅੱਜ ਮਜ਼ਬੂਤੀ ਨਾਲ ਅੱਗੇ ਜ਼ਰੂਰ ਵੱਧ ਰਿਹਾ। ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਚੀਜ਼ ਦੀ ਜਿਹੜੀ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ, ਜਾਂ ਮੰਨਣ ਦੀ ਲੋੜ ਹੈ ਕਹਿ ਲਈਏ, ਵੀ ਕਿ ਸਾਨੂੰ ਜਿਹੜਾ ਹੈਗਾ ਦੂਜੇ ਦੇਸ਼ਾਂ ਨਾਲ ਵੀ ਸੰਬੰਧ ਉਸ ਤਰ੍ਹਾਂ ਦੇ ਰੱਖਣ ਦੀ ਲੋੜ ਹੈ, ਕਿਉਂਕਿ ਅਸੀਂ ਜਿੰਨਾ ਕੁ ਉਹਨਾਂ ਦੇਸ਼ਾਂ 'ਚ ਸਮਾਨ ਸਪਲਾਈ ਕਰਦੇ ਹਾਂ ਤਾਂ ਉਹਨਾਂ ਦੇਸ਼ਾਂ ਤੋਂ ਮੰਗਵਾਉਂਦੇ ਵੀ ਹਾਂ। ਇਸ ਲਈ ਲੋੜ ਇਹੀ ਹੈ ਵੀ ਕਿ ਅੱਜ ਭਾਰਤ ਜਿਹੜਾ ਹੈਗਾ ਇੱਕ ਮਜ਼ਬੂਤ ਦੇਸ਼ ਵਜੋਂ ਅੱਗੇ ਵੱਧ ਰਿਹਾ, ਪਰ ਉਸ ਦੇ ਨਾਲ ਨਾਲ ਜਿਹੜਾ ਹੈਗਾ ਦੂਜੇ ਦੇਸ਼ਾਂ 'ਤੇ ਵੀ ਜਿਹੜਾ ਹੈਗਾ ਉਹ ਸਾਡੇ 'ਤੇ ਨਿਰਭਰ ਨੇ, ਅਤੇ ਅਸੀਂ ਉਹਨਾਂ 'ਤੇ ਨਿਰਭਰ ਆ। ਇਹ ਵੀ ਗੱਲ ਮੰਨਣੀ ਚਾਹੀਦੀ ਹੈ। ਇਸੇ ਨਾਲ ਜਿਹੜਾ ਹੈਗਾ ਦੁਨੀਆ ਦੇ ਵੱਡੀ ਗਿਣਤੀ 'ਚ ਮੁਲਕਾਂ ਦਾ ਵਿਕਾਸ ਹੁੰਦਾ ਹੈ, ਤਰੱਕੀ ਹੁੰਦੀ ਹੈ, ਕਿਉਂਕਿ ਇੱਕ ਦੇਸ਼ ਹਰ ਚੀਜ਼ ਪੂਰੀ ਨਹੀਂ ਕਰ ਸਕਦਾ। ਕਿਸੇ ਨਾ ਕਿਸੇ ਚੀਜ਼ 'ਚ ਇੱਕ ਚੀਜ਼ 'ਚ ਮਾਹਰ ਹੁੰਦਾ ਤਾਂ ਦੂਜੇ ਚੀਜ਼ 'ਚ ਉਸ 'ਚ ਘਾਟ ਵੀ ਹੁੰਦੀ ਹੈ, ਤਾਂ ਉਹ ਦੋਵੇਂ ਦੇਸ਼ ਜਿਹੜੇ ਨੇ ਆਪਸ 'ਚ ਮਿਲ ਕੇ ਇੱਕ ਦੂਜੇ ਦੀ ਘਾਟ ਨੂੰ ਪੂਰਾ ਕਰਦੇ ਨੇ। ਅਤੇ ਇਹੀ ਹਾਲ ਭਾਰਤ ਦੇ ਵਿੱਚ ਹੈ, ਅਤੇ ਭਾਰਤ ਨੂੰ ਮੰਨਣਾ ਚਾਹੀਦਾ, ਭਾਰਤ ਸਰਕਾਰ ਨੂੰ ਮੰਨਣਾ ਚਾਹੀਦਾ ਵੀ ਕਿ ਪਿਛਲੀਆਂ ਸਰਕਾਰਾਂ ਨੇ ਵੀ ਬਹੁਤ ਕੁਝ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸਲ ਜਿਹੜੀ ਦੇਸ਼ ਦੇ ਵਿੱਚ ਵਿਕਾਸ ਦੀ ਕਹਿ ਲਈਏ, ਦੇਸ਼ ਨੂੰ ਇੱਕ ਸਟਰਕਚਰ ਮੁਹੱਈਆ ਕਰਵਾਉਣ ਦੀ ਨੀਂਹ 1947 ਤੋਂ ਬਾਅਦ ਹੀ ਰੱਖੀ ਗਈ ਸੀ। ਉਹ 2014 ਤੋਂ ਬਾਅਦ ਨਹੀਂ ਰੱਖੀ ਗਈ, 1947 'ਚ ਹੀ ਰੱਖੀ ਗਈ ਸੀ। ਇਸ ਲਈ ਸਰਕਾਰਾਂ ਨੂੰ ਚਾਹੀਦਾ ਉਹ ਪੁਰਾਣੇ ਜਿਹੜੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ 'ਤੇ ਜਾਂ ਅਣਗੌਲਿਆ ਕਰਨ ਦੀ ਥਾਂ 'ਤੇ ਉਸ ਵੱਲ ਵੀ ਧਿਆਨ ਦੇਣ, ਉਹਨਾਂ ਦੇ ਕੰਮਾਂ ਵੱਲ ਵੀ ਧਿਆਨ ਦੇਣ, ਤਾਂ ਜੋ ਜਿਹੜਾ ਹੈਗਾ ਲੋਕਾਂ ਤੱਕ ਅਸਲ ਸੱਚਾਈ, ਅਸਲ ਗੱਲ ਹੈ ਉਹ ਪਹੁੰਚ ਸਕੇ, ਅਤੇ ਇੱਕ ਸਾਡਾ ਦੇਸ਼ ਮਜ਼ਬੂਤੀ ਨਾਲ ਅੱਗੇ ਵੱਧ ਸਕੇ।
ਤੇ ਪੰਜਾਬੀ ਟ੍ਰਿਬਿਊਨ ਵੱਲੋਂ ਇਸ ਤਰ੍ਹਾਂ ਦੇ ਜਨਤਕ ਮੁੱਦਿਆਂ ਨੂੰ ਸਮੇਂ-ਸਮੇਂ ਤੇ ਤੁਹਾਡੇ ਅੱਗੇ ਚੁੱਕਿਆ ਜਾਂਦਾ, ਤੁਹਾਡੇ ਤੱਕ ਪਹੁੰਚਾਇਆ ਜਾਂਦਾ ਤੇ ਸਾਡੇ ਨਾਲ ਜੁੜੇ ਰਹਿਣ ਲਈ ਸਾਡਾ ਫੇਸਬੁੱਕ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ। ਇਸੇ ਤਰ੍ਹਾਂ YouTube ਚੈਨਲ ਵੀ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਹੀ ਸਾਡਾ ਬੈਲ ਬਟਨ ਦੱਬਣਾ ਨਾ ਭੁੱਲਿਓ, ਤਾਂ ਜੋ ਸਾਡੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਇਸ ਦੇ ਨਾਲ ਹੀ ਸਾਡੇ ਫੇਸਬੁੱਕ ਤੇ YouTube ਨੂੰ ਜਿਹੜਾ ਹੈਗਾ ਪੇਜ ਨੂੰ, YouTube ਚੈਨਲ ਨੂੰ, ਉਹ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਕਰੋ, ਪਹੁੰਚਦਾ ਕਰੋ, ਤਾਂ ਜੋ ਪੰਜਾਬੀ ਟ੍ਰਿਬਿਊਨ ਅਜਿਹੇ ਜਨਤਕ ਮੁੱਦਿਆਂ ਨੂੰ ਵੱਡੀ ਗਿਣਤੀ 'ਚ ਲੋਕਾਂ ਤੱਕ ਪਹੁੰਚਾਉਣ 'ਚ ਕਾਮਯਾਬ ਹੋ ਸਕੇ। ਤੇ ਇਸ ਕਾਮਯਾਬੀ 'ਤੇ ਤੁਸੀਂ ਵੀ ਹਿੱਸਾ ਜ਼ਰੂਰ ਬਣੋ ਤੇ ਸਾਨੂੰ ਸਹਿਯੋਗ ਕਰੋ। ਤੇ ਕੱਲ੍ਹ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।